ਇੰਗਲੈਂਡ ਦਾ ਪਾਸਪੋਰਟ ਆਇਆ ਸੀ ਤੇ ਯੂਰਪ ਇੱਥੇ ਫਿਰਨ ਟੁਰਨ ਵਾਸਤੇ ਆਇਆ ਸੀ। ਮੈਨੂੰ ਕਾਲ ਕੀਤੀ ਉਸ ਕਿ ਮੈਂ ਇੱਥੇ ਤੁਹਾਡੀ ਕੰਟਰੀ 'ਚ ਆਇਆ ਤੇ ਤੂੰ ਮੈਨੂੰ ਆ ਕੇ ਮਿਲ। ਕਹਿੰਦਾ ਮੈਂ ਤਾਂ ਇੱਕ ਵਾਰੀ ਸੁਣ ਕੇ ਪਰੇਸ਼ਾਨ ਹੋ ਗਿਆ। ਇਹ ਵੀ ਸਾਡਾ ਰਿਸ਼ਤੇਦਾਰ ਸੀ, ਮੈਨੂੰ ਪਤਾ ਸੀ ਕਿ ਅੱਗੇ ਵੀ ਇਹਨਾਂ ਨਾਲ ਸਾਡੀ ਕੋਈ ਐਡੀ ਖਾਸ ਬਣਦੀ ਤੇ ਹੈ ਕੋ ਨਹੀਂ। ਕਹਿੰਦਾ ਨਹੀਂ ਮੈਂ ਤੈਨੂੰ ਮਿਲਣਾ। ਕਹਿੰਦਾ ਮੈਂ ਕਿਹਾ ਚਲੋ ਤੁਸੀਂ ਦੱਸੋ ਕਿੱਥੇ ਹੋ ਤੇ ਮੈਂ ਆਮਨਾ। ਕਹਿੰਦਾ ਉਹ ਇੱਕ ਰੈਸਟੋਰੈਂਟ 'ਤੇ ਬੈਠੇ ਆ ਸੀ, ਮੈਂ ਉੱਥੇ ਗਿਆ ਤੇ ਕਹਿੰਦਾ ਬੜੇ ਸੋਹਣੇ ਕੱਪੜੇ ਪਾਏ ਤੇ ਹੱਥਾਂ 'ਤੇ ਚੇਨਾਂ ਪਾਈਆਂ ਤੇ ਅੰਗੂਠੀਆਂ ਪਾਈਆਂ ਤੇ ਮੋਬਾਈਲ ਬੜਾ ਸੋਹਣਾ ਫੜਿਆ, ਉਹਨੂੰ ਸਜਾਇਆ ਸੀ ਮੋਬਾਈਲ ਨੂੰ ਚੰਗੀ ਤਰ੍ਹਾਂ। ਕਹਿੰਦਾ ਮੈਂ ਇਸ ਜਾ ਕੇ ਬੈਠਾ। ਕਹਿੰਦਾ ਦੱਸੋ ਕੀ ਖਾਣਾ। ਕਹਿੰਦਾ ਮੈਂ ਕਿਹਾ ਨਹੀਂ ਤੁਸੀਂ ਸਾਡੇ ਮੁਲਕ ਆਏ ਤੁਸੀਂ ਦਿਓ। ਕਹਿੰਦਾ ਨਹੀਂ ਨਹੀਂ ਯਾਰ ਮੁਲਕ ਵਾਲੀ ਕਿਹੜੀ ਗੱਲ ਹੈ, ਤੂੰ ਦੱਸ ਕੀ ਖਾਣਾ ਹੈ। ਕਹਿੰਦਾ ਫਿਰ ਮੈਂ ਵੀ ਨਾਲ ਆਰਡਰ ਕੀਤਾ, ਦੋਵਾਂ ਖਾਣਾ ਖਾਧਾ। ਉਸ ਤੋਂ ਬਾਅਦ ਮੈਨੂੰ ਕਹਿੰਦਾ ਕਿ ਯਾਰ ਇਹ ਮੁਲਕ ਮੈਨੂੰ ਬੜਾ ਪਸੰਦ ਆਇਆ, ਮੇਰਾ ਦਿਲ ਹੈ ਕਿ ਇੱਥੇ ਕੋ ਮੈਂ ਕਾਰੋਬਾਰ ਕਰਾਂ। ਕਹਿੰਦਾ ਮੈਂ ਕਿਹਾ ਜੇ ਇੱਥੇ ਬੜਾ ਪਾਕਿਸਤਾਨੀਆਂ ਨੇ ਕੰਮ ਕੀਤੇ ਆ, ਹੋਟਲ ਬਣਾਏ ਨੇ, ਦੁਕਾਨਾਂ ਬਣਾਈਆਂ ਨੇ, ਬੜੇ ਲੋਕਾਂ ਦਾ ਕੰਮ ਚੱਲਦਾ, ਤੁਸੀਂ ਵੀ ਬਣਾਓਗੇ ਤੇ ਬੜਾ ਚੱਲੇਗਾ। ਕਹਿੰਦਾ ਨਹੀਂ ਯਾਰ ਮੈਂ ਨੈਕਸਟ ਟਾਈਮ ਜਿਸ ਵੇਲੇ ਆਵਾਂਗਾ ਤੈਨੂੰ ਕਾਲ ਕਰਾਂਗਾ ਤੇ ਫਿਰ ਮੇਰਾ ਦਿਲ ਹੈ ਕੋਈ ਕਾਰੋਬਾਰ ਦੇ ਬਾਰੇ ਸੋਚਾਂਗੇ। ਕਹਿੰਦਾ ਮੇਰੇ ਨਾਲ ਇਹ ਗੱਲ ਕੀਤੀ, ਮੈਂ ਕਿਹਾ ਚਲੋ ਸਹੀ ਹੈ। ਕਹਿੰਦਾ ਝਟ ਕੋ ਫਿਰ ਮੇਰੇ ਕੋਲ ਬੈਠਾ ਤੇ ਉੱਠ ਕੇ ਕਹਿੰਦਾ ਯਾਰ ਮੇਰੀ ਫਲੈਟ ਹੈ ਤੇ ਮੈਂ ਵਾਪਸ ਇੰਗਲੈਂਡ ਜਾਣਾ। ਕਹਿੰਦਾ ਉਹ ਇੰਗਲੈਂਡ ਟੁਰ ਗਿਆ। ਘਰ ਮੈਂ ਕਾਲ ਕੀਤੀ ਕਿ ਇਸ ਤਰ੍ਹਾਂ ਮੈਨੂੰ ਮਿਲਿਆ। ਉਹਨਾਂ ਕਿਹਾ ਪੁੱਤਰ ਉਹ ਤੇ ਬੰਦਾ ਹੀ ਨਹੀਂ ਠੀਕ ਹੈ ਵੀ, ਉਹ ਤੇ ਇੱਥੇ ਇੰਗਲੈਂਡ ਵੀ ਸੁਣਿਆ ਕਿ 2-3 ਵਾਰੀ ਜੇਲ੍ਹ 'ਚ ਰਹਿ ਕੇ ਆਇਆ, ਉਹ ਤੇ ਕੰਮ ਕਾਜ ਹੀ ਕੋਈ ਨਹੀਂ ਕਰਦਾ, ਉਹਦੇ ਘਰ ਦੇ ਬੜੇ ਤੰਗ ਨੇ ਤੇ ਉਹਨੇ ਕਾਰੋਬਾਰ ਕਿੱਥੋਂ ਕਰਨਾ। ਉਹ ਕਹਿੰਦਾ ਮੈਨੂੰ ਤੇ ਇਹੀ ਗੱਲ ਆ ਕਿ ਤੂੰ ਬੜੀਆਂ ਚੇਨਾਂ ਸ਼ੇਨਾਂ ਪਾਈਆਂ ਸੀ, ਮੋਬਾਈਲ ਵੀ ਬੜਾ ਚੰਗਾ ਫੜਿਆ ਸੀ, ਉਹ ਇੰਝ ਲੱਗਦਾ ਸੀ ਉਹਦੇ ਕੋਲ ਬੜੇ ਪੈਸੇ ਨੇ। ਉਹਨਾਂ ਕਿਹਾ ਉਹਦੇ ਕੋਲ ਪੈਸੇ ਕਿੱਥੋਂ ਆਏ। ਕਹਿੰਦਾ ਮੈਂ ਕਿਹਾ ਚਲੋ ਸਹੀ ਆ, ਆਇਆ ਤੇ ਕਾਰੋਬਾਰ ਕਰਨਾ ਤੇ ਅਸੀਂ ਮਦਦ ਕਰ ਦਿਆਂਗੇ, ਜੇ ਪੈਸੇ ਮੈਂ ਕਿਹੜਾ ਜੇਬ 'ਚੋਂ ਲਾਣੇ ਨੇ, ਨਾ ਮੈਂ ਉਹਨੂੰ ਆਪਣੇ ਕੋਲ ਰੱਖਣਾ ਹੈ। ਬਹਰਹਾਲ ਕਹਿੰਦਾ ਜਿਸ ਵੇਲੇ ਇਹ ਗੱਲ ਹੋ ਗਈ, ਕਹਿੰਦਾ ਮਹੀਨਾ ਕੁ ਗੁਜ਼ਰਿਆ ਨਾ, ਮਹੀਨੇ ਬਾਅਦ ਫਿਰ ਉਹਨੇ ਮੈਨੂੰ ਕਾਲ ਮਾਰੀ ਕਿ ਮੈਂ ਇਸ ਤਰ੍ਹਾਂ ਆ ਰਿਹਾ। ਕਹਿੰਦਾ ਮੈਂ ਕਿਹਾ ਠੀਕ ਹੈ ਭਾਈ ਤੁਸੀਂ ਆ ਜਾਓ, ਕੋਈ ਮਸਲਾ ਨਹੀਂ। ਕਹਿੰਦਾ ਜਿਸ ਵੇਲੇ ਉਹ ਆਇਆ ਤੇ ਮੈਨੂੰ ਕਹਿੰਦਾ ਕਿ ਯਾਰ ਹੁਣ ਮੈਂ ਆਇਆ ਕਾਰੋਬਾਰ ਵਾਸਤੇ, ਮੈਨੂੰ ਦੱਸ ਕੇ ਕਿਹੜਾ ਕਾਰੋਬਾਰ ਕਰੀਏ। ਕਹਿੰਦਾ ਮੈਂ ਕਿਹਾ ਭਾਈ ਕੋਈ ਦੁਕਾਨ ਬਣਾ ਲਓ, ਕੋਈ ਰੈਸਟੋਰੈਂਟ ਲਾਓ। ਉਹਨੇ ਕਿਹਾ ਨਹੀਂ ਯਾਰ ਕੰਮ ਮੈਂ ਕੋਈ ਮੋਟਾ ਕਰਨਾ ਚਾਹੁੰਦਾ, ਛੋਟੇ ਕੰਮ ਨਹੀਂ। ਉਹਨੇ ਕਿਹਾ ਭਾਈ ਫਿਰ ਕੋਈ ਗੋਦਾਮ ਬਣਾ ਲਓ, ਸਟੋਰ ਬਣਾ ਲਓ, ਮਾਲ ਸ਼ਾਲ ਅੱਗੇ ਪਿੱਛੇ ਸਪਲਾਈ ਕਰਨ ਵਾਸਤੇ 2-3 ਮੋੜੇ ਰੱਖ ਲਓ। ਉਹਨੇ ਆਖਿਆ ਯਾਰ ਇਹ ਕੰਮ ਠੀਕ ਹੈ, ਮੇਰਾ ਦਿਲ ਹੈ ਇਹ ਕਰਨੇ ਆ। ਕਹਿੰਦਾ ਮੈਂ ਕਿਹਾ ਚਲੋ ਸਹੀ ਹੈ। ਕਹਿੰਦਾ ਮੈਂ ਨਾਲ ਹੋ ਕੇ ਉਹਦੇ ਪੇਪਰ ਸ਼ੇਪਰ ਉੱਥੇ ਦੇ ਪਾਸਪੋਰਟ ਇੰਗਲੈਂਡ ਦਾ ਸੀ, ਫਿਰ ਰਜਿਸਟਰ ਵਗੈਰਾ ਕਰਵਾਇਆ ਤੇ ਉਸ ਤੋਂ ਬਾਅਦ ਜਿਹੜਾ ਕਹਿੰਦਾ ਦੁਕਾਨ ਸ਼ਾਨ ਉਹਨੇ ਤੱਕਣੀਆਂ ਸ਼ੁਰੂ ਕਰਤੇ, ਬੜੇ ਵੱਡੇ ਗੋਦਾਮ ਤੱਕਣ ਲੱਗ ਪਿਆ। ਕਹਿੰਦਾ ਉਹਨੂੰ ਗੋਦਾਮ ਪਸੰਦ ਆ ਗਿਆ। ਗੱਲਬਾਤ ਜਿਹੜੀ ਹੈ ਕਹਿੰਦਾ ਮੈਂ ਹੀ ਉਹਦੀ ਕਰਾਈ। ਉਹਨਾਂ ਜਿਸ ਵੇਲੇ ਕਿਰਾਇਆ ਦੱਸਿਆ ਤੇ ਮੈਂ ਇੱਕ ਵਾਰੀ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਕਿਹਾ ਭਾਈ ਬੜਾ ਕਰ। ਉਹਨੇ ਕਿਹਾ ਕੋਈ ਮਸਲਾ ਨਹੀਂ, ਇਹ ਸ਼ਹਿਰ ਦੇ ਨਜ਼ਦੀਕ ਹੈ, ਦੂਰ ਹੋਵੇ ਤੇ ਹੋਰ ਮਸਲਾ ਹੁੰਦਾ ਹੈ, ਅਸੀਂ 2-3 ਗੱਡੀਆਂ ਰੱਖਣੀਆਂ, ਪੈਟਰੋਲ ਸੜੇਗਾ, ਇਹ ਤਾਂ ਤੂੰ ਬਿਹਤਰ ਇਹ ਹੀ ਹੈ ਕਿ ਇਹ ਹੀ ਲੈ ਲੈ। ਕਹਿੰਦਾ ਮੈਂ ਕਿਹਾ ਠੀਕ ਹੈ ਤੁਹਾਡੀ ਮਰਜ਼ੀ। ਕਹਿੰਦਾ ਉਹਨੇ ਐਡਵਾਂਸ ਫਟਵਾਟ ਫੜਾ ਦਿੱਤਾ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਐਡਾ ਵੱਡਾ ਗੋਦਾਮ ਇਹ ਭਰੇਗਾ ਕਿੰਜ। ਕਹਿੰਦਾ ਬਹਰਹਾਲ ਨਾ ਕਹਿੰਦਾ ਇੱਕ ਹੋਰ ਮੁੰਡਾ ਲੈ ਕੇ ਆਇਆ ਨਾਲ। ਕਹਿੰਦਾ ਜਿਸ ਵੇਲੇ ਉਹ ਵਾਪਸ ਆਏ ਉੱਥੋਂ ਇੰਗਲੈਂਡ ਤੋਂ, ਫਿਰ ਕਹਿੰਦਾ ਲੈ ਕੇ ਪਤਾ ਕਿਤਨੇ ਆਏ। ਕਹਿੰਦਾ 1.5 ਲੱਖ ਯੂਰੋ। ਮੈਨੂੰ ਨਹੀਂ ਪਤਾ ਉਹਨਾਂ ਕਿਸ ਤਰ੍ਹਾਂ ਇੱਥੇ ਯੂਰਪ ਲੈ ਆਂਦਾ। ਕਹਿੰਦਾ ਜਿਸ ਵੇਲੇ ਉਹ ਇੱਥੇ ਲੈ ਕੇ ਆਇਆ, ਕਹਿੰਦਾ ਮੇਰੇ ਸਾਹਮਣੇ ਸਾਰੇ ਪੈਸਿਆਂ ਦੀਆਂ ਦੱਥੀਆਂ ਪਈਆਂ ਸੀ, ਮੈਂ ਦੇਖ ਕੇ ਪਰੇਸ਼ਾਨ ਹੋ ਗਿਆ। ਕਹਿੰਦਾ ਯਾਰ ਅਸਾਂ ਪੈਸੇ ਲੈਂਦੇ ਨੇ, ਹੁਣ ਚਲੋ ਕੰਮ ਜਿਹੜਾ ਨਾ ਉਹ ਸ਼ੁਰੂ ਕਰੀਏ। ਕਹਿੰਦਾ ਮਾਲ ਸ਼ਾਲ ਦਾ ਅੱਗੋਂ ਪਿੱਛੋਂ ਪੁੱਛਿਓ ਸੋ ਗੱਡੀ ਬੜੀ ਸੋਹਣੀ ਉਹਨੇ ਜਿਹੜਾ ਕਹਿੰਦਾ ਉਹਨੇ ਲੈ ਲਈ। ਕਹਿੰਦਾ ਮੈਂ ਤਾਂ ਸੋਚ ਵੀ ਨਹੀਂ ਸਕਦਾ ਹਾਬ 'ਚ ਵੀ ਕਿ ਇਸ ਤਰ੍ਹਾਂ ਦੀ ਗੱਡੀ 'ਚ ਮੈਂ ਬਵਾਂਗਾ। ਬਹਰਹਾਲ ਕਹਿੰਦਾ ਉਹ ਜਿਹੜਾ ਨਾ ਇਸ ਤਰ੍ਹਾਂ ਹੋਇਆ ਕਿ ਕਹਿੰਦਾ ਸਿਸਟਮ ਜਿਹੜਾ ਨਾ ਉਹਨੇ ਆਪਣਾ ਜਿਹੜਾ ਪੋਲਾ ਉਹ ਰੇੜ ਲਿਆ। ਮੈਨੂੰ ਕਹਿੰਦਾ ਕਿ ਯਾਰ ਤੂੰ ਛੱਡ ਉਧਰੋਂ ਕੰਮ ਕਿਤਨੀ ਤਨਖਾਹ ਲੈਣੇ। ਕਹਿੰਦਾ ਮੈਂ ਦੱਸਿਆ ਕਿ ਇਤਨੀ ਮੈਂ ਤਨਖਾਹ ਲੈਣਾ। ਕਹਿੰਦਾ ਉਹਨੇ ਆਖਿਆ ਕਿ ਤੂੰ ਡਬਲ ਤੈਨੂੰ ਮੈਂ ਦਿਆਂਗਾ, ਲੇਕਿਨ ਤੂੰ ਕੰਮ ਮੇਰੇ ਕੋਲ ਕਰ। ਕਹਿੰਦਾ ਮੈਂ ਕਿਹਾ ਤੁਹਾਡੇ ਕੋਲ ਕਰ ਲੈਣਾ ਸਹੀ ਹੈ, ਮੈਨੂੰ ਪੈਸੇ ਫਾਲਤੂ ਲੱਭਣ ਤੇ ਹੋਰ ਕੀ ਚਾਹੀਦਾ। ਕਹਿੰਦਾ ਉਹਨੇ ਮੈਨੂੰ ਨਾਲ ਆ ਲਿਆ। ਉਹਨੇ ਕਿਹਾ ਤੂੰ ਇੱਥੇ ਕੰਪਿਊਟਰ ਤੇ ਬਹਿ ਜਾ, ਮਾਲ ਸ਼ਾਲ ਜੋ ਵੀ ਹੈ ਨਾ ਉਹ ਤੱਕਿਆ ਕਰ। ਕਹਿੰਦਾ ਮੈਂ ਜਿਹੜਾ ਨਾ ਉਹ ਕੰਮ ਸੰਭਾਲ ਲਿਆ। ਕਹਿੰਦਾ ਮੈਂ ਆਸਤਾ ਤੱਕ ਕਰਨ ਲੱਗ ਪਿਆ। ਕਹਿੰਦਾ ਜ਼ਾਹਰੀ ਗੱਲ ਹੈ ਉਹਦੇ ਬਹੁਤ ਜ਼ਿਆਦਾ ਮੈਂ ਨਜ਼ਦੀਕ ਹੋ ਗਿਆ ਸਾਂ, ਘਰ ਦੇ ਵੀ ਬੜੇ ਪਰੇਸ਼ਾਨ ਸੀ ਕਿ ਇਹਦੇ ਕੋਲ ਇਤਨਾ ਪੈਸਾ ਕਿੱਥੋਂ ਆਇਆ। ਕਹਿੰਦਾ ਅੰਦਰ ਬਹਿ ਕੇ ਗੱਲ ਕਰਦਾ ਸੀ ਪਿਆ ਕਿਸੇ ਨਾਲ ਟੈਲੀਫੋਨ ਤੇ। ਕਹਿੰਦਾ ਮੈਂ ਬਾਹਰ ਹੀ ਖਲੋਤਾ, ਉਹਨੇ ਸਮਝਿਆ ਸੀ ਕਿ ਮੈਂ ਟੁਰ ਗਿਆ। ਕਹਿੰਦਾ ਉਹ ਉਹਨੂੰ ਮੁੰਡੇ ਨੂੰ ਆਖਦਾ ਸੀ ਪਿਆ ਕਿ ਕਹਿੰਦਾ ਯਾਰ ਅੱਗੇ ਚੰਗਾ ਹੱਥ ਵੱਜ ਗਿਆ, ਕੋਈ ਹੋਰ ਸਾਮੀ ਤੱਕ ਤੇ ਆਵਾਂ ਮੈਂ ਤੇ ਕੋਈ ਹੱਥ ਮਾਰੀਏ ਹੋਰ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਕਿ ਕਿਹੜੇ ਹੱਥ ਦੀ ਗੱਲ ਪਿਆ ਕਰਦਾ। ਕਹਿੰਦਾ ਤੈਨੂੰ ਪਤਾ ਹੈ ਕਿ ਅੱਗੇ ਪੁਲਿਸ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਕਿਹੜੇ ਬੰਦੇ ਸੀ, ਉਹ ਤਸਵੀਰਾਂ ਆਈਆਂ ਨੇ ਲੇਕਿਨ ਉਹ ਕਨਫਰਮ ਨਹੀਂ ਹੋਇਆ, ਕਿਸੇ ਟਾਈਮ ਹੀ ਸਾਨੂੰ ਫੜ ਸਕਦੇ ਨੇ। ਕਹਿੰਦਾ ਮੈਨੂੰ ਪਤਾ ਲੱਗਾ ਇਹਨਾਂ ਨੇ ਤੇ ਇੰਗਲੈਂਡ 'ਚ ਚੋਰੀਆਂ ਕੀਤੀਆਂ ਨੇ ਘਰਾਂ 'ਚੋਂ, ਉਹ ਮਾਲ ਸਾਰਾ ਚੁੱਕ ਕੇ ਤੇ ਇੱਥੇ ਯੂਰਪ ਲੈਂਦੇ ਆ।
ਕਹਿੰਦਾ ਪਰ ਉਹਨੇ ਸਾਰੀਆਂ ਗੱਲਾਂ ਫੋਨ ਤੇ ਉਹਨੇ ਕੀਤੀਆਂ। ਕਹਿੰਦਾ ਮੈਂ ਸੁਣ ਕੇ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਘਰ ਦੱਸਿਆ ਕਿ ਇਹ ਰੋਲਾ। ਉਹਨਾਂ ਕਿਹਾ ਪੁੱਤਰ ਤੂੰ ਨਾ ਕੋਈ ਗੱਲ ਕਰੀ, ਚੁੱਪ ਕਰ ਜਾ। ਕਹਿੰਦਾ ਅੱਗੋਂ ਮਜ਼ੇ ਦੀ ਇਹ ਗੱਲ ਹੈ, ਸਾਡੇ ਜਿਹੜੇ ਦੂਸਰੇ ਰਿਸ਼ਤੇਦਾਰ ਨੇ ਨਾ ਇਹਨਾਂ ਤੋਂ ਅਮੀਰ ਸੀ ਇੰਗਲੈਂਡ 'ਚ, ਕਹਿੰਦਾ ਉਹਨਾਂ ਦੇ ਘਰਾਂ 'ਚ ਚੋਰੀਆਂ ਹੋਈਆਂ ਸੀ। ਕਹਿੰਦਾ ਚੋਰੀਆਂ ਜਿਹੜੀਆਂ ਨੇ ਉਹ ਇਹਨਾਂ ਨੇ ਕੀਤੀਆਂ ਸੀ। ਇਹਨਾਂ ਨੂੰ ਪਤਾ ਸੀ ਕਿ ਉਹ ਕਿਸ ਟਾਈਮ ਪਾਕਿਸਤਾਨ ਗਏ ਨੇ, ਇਹਨਾਂ ਦੇ ਘਰ 'ਚ ਕੌਣ ਹੈ। ਕਹਿੰਦਾ ਉਹਨਾਂ ਡਾਕੇ ਜਿਹੜੇ ਨੇ ਆਪੂ ਮਰਵਾ ਕੇ ਉਹ ਸਾਰਾ ਪੈਸਾ ਕੱਢ ਕੇ ਤੇ ਇੱਥੇ ਯੂਰਪ ਲੈ ਆਂਦਾ ਸੀ। ਕਹਿੰਦਾ ਇਸ ਵਜ੍ਹਾ ਪਤਾ ਲੱਗਾ ਮੈਨੂੰ ਵੀ, ਤੇ ਕਹਿੰਦਾ ਮੈਂ ਵੀ ਬੜਾ ਪਰੇਸ਼ਾਨ ਹੋਇਆ। ਕਹਿੰਦਾ ਮਸਲਾ ਇਹ ਬਣਿਆ ਕਿ ਅਮਾਰਾਂ ਜਾ ਕੇ ਨਾ ਉਹ ਜਿਨ੍ਹਾਂ ਦੀ ਚੋਰੀ ਹੋਈ ਸੀ ਉਹਨਾਂ ਨੂੰ ਜਾ ਦੱਸਿਆ। ਉਹਨਾਂ ਆਖਿਆ ਇਸ ਤਰ੍ਹਾਂ ਜਿਹੜਾ ਉਹ ਗੱਲਾਂ ਪਿਆ ਕਰਦਾ ਸੀ ਤੇ ਮੁੰਡੇ ਸਾਡੇ ਨੇ ਸੁਣ ਲਈਆਂ ਨੇ ਤੇ ਉਹ ਸਾਰੀਆਂ ਗੱਲਾਂ। ਉਹਨਾਂ ਆਖਿਆ ਅੱਛਾ ਤੇ ਇਹਨੇ ਚੋਰੀ ਕਰਾਈ ਹੈ। ਉਹ ਕਹਿੰਦਾ ਪਾਕਿਸਤਾਨ ਪਿੱਛੇ ਰੋਲਾ ਬਣ ਗਿਆ। ਕਹਿੰਦਾ ਮੈਂ ਇਹਦੇ ਕੋਲ ਕੰਮ ਲੱਗਿਆ ਸਾਂ, ਅਮਾਰਾਂ ਦੱਸ ਦਿੱਤੀ ਅਸੀਂ। ਕਹਿੰਦਾ ਮੈਨੂੰ ਆ ਕੇ ਗਲਮੇ ਤੋਂ ਫੜ ਲਿਆ। ਉਹਨੇ ਆਖਿਆ ਤੂੰ ਕੀ ਦੱਸਿਆ ਘਰ ਆ ਜਿੱਤੇ ਵਾਲਾ ਮੈਂ ਚੋਰੀਆਂ ਕਰਨਾ ਉਹ ਕਰ। ਉਹਨੇ ਆਖਿਆ ਨਹੀਂ ਮੈਂ, ਉਹਨੇ ਆਖਿਆ ਮੈਂ ਸੁਣ ਲਈ ਸਾਰੀਆਂ ਤੇਰੀਆਂ ਗੱਲਾਂ। ਉਹ ਪਾਕਿਸਤਾਨ ਜਿਹੜਾ ਰੋਲਾ ਬਣਿਆ ਉਹ ਤੇ ਮੇਰਾ ਕੁਝ ਨਹੀਂ ਵਿਗਾੜ ਸਕਦੇ, ਲੇਕਿਨ ਮੈਂ ਤੈਨੂੰ ਇਸ ਯੂਰਪ 'ਚ ਨਹੀਂ ਇੱਥੇ ਰਹਿਣ ਦੇਣਾ ਜਿਸ ਮੁਲਕ 'ਚ ਰਹਿ ਰਹੇ। ਕਹਿੰਦਾ ਉਹਨੇ ਮੈਨੂੰ ਧਮਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਕਿਹਾ ਮੈਂ ਤੈਨੂੰ ਜਿਹੜਾ ਨਾ ਇੱਥੇ ਬਲੈਕਮੇਲ ਕਰ ਦਿਆਂਗਾ, ਤੇਰੇ ਪੇਪਰ ਖਤਮ ਕਰਾ ਦਿਆਂਗਾ। ਮੈਨੂੰ ਕਿਹੜਾ ਮਸਲਾ, ਮੇਰੇ ਕੋਲ ਤੇ ਇੰਗਲੈਂਡ ਦਾ ਪਾਸਪੋਰਟ ਹੈ। ਕਹਿੰਦਾ ਮੈਂ ਕਿਹਾ ਯਾਰ ਭਾਈ ਮੈਂ ਕੋਈ ਵੀ ਨਹੀਂ ਕੀਤਾ। ਉਹਨੇ ਆਖਿਆ ਮੈਂ ਤੈਨੂੰ ਦੱਸਣਾ ਨਾ। ਕਹਿੰਦਾ ਮੇਰੇ ਮਗਰ ਹੀ ਪੈ ਗਿਆ। ਕਹਿੰਦਾ ਮੈਂ ਉੱਥੋਂ ਕੰਮ ਛੱਡ ਕੇ ਸਾਡੇ ਹੋ ਗਿਆ, ਮੈਂ ਤੇ ਡਰ ਕੇ ਹੀ ਰਿਹਾ। ਕਹਿੰਦਾ ਉਹ ਚੰਗਾ ਭਲਾ ਰੋਲਾ ਬਣਿਆ, ਲੇਕਿਨ ਇਹ ਜਿੰਨਾ ਚੋਰੀ ਕੀਤੀ ਸੀ ਇਹ ਮੁੰਡੇ ਜਿਹੜੇ ਬੜੇ ਤਗੜੇ ਸੀ। ਕਹਿੰਦਾ ਇਹਨਾਂ ਜਾ ਕੇ ਇੰਗਲੈਂਡ ਵੀ ਉਹਨਾਂ ਨੂੰ ਧਮਕਾਇਆ ਕਿ ਤੁਸੀਂ ਅਗਰ ਜੇ ਬਾਅਦ ਨਾ ਆਏ ਤੇ ਪਿੱਛੋਂ ਪਾਕਿਸਤਾਨ ਜਿਹੜਾ ਤੁਹਾਡੇ ਫਲਾਣੇ ਨੂੰ ਅਸੀਂ ਛੁਰੀਆਂ ਮਾਰ ਦਿਆਂਗੇ। ਕਹਿੰਦਾ ਉਹ ਚੁੱਪ ਕਰ ਗਏ। ਉਹਨਾਂ ਆਖਿਆ ਚਲੋ ਜਿਹੜੀ ਚੋਰੀ ਹੋਣੀ ਸੀ ਉਹ ਤੇ ਗਈ ਉਹ, ਲੇਕਿਨ ਹੁਣ ਮਜ਼ੀਦ ਜੇ ਰੋਲਾ ਬਣਾਉਣ ਨਾਲੋਂ ਬਿਹਤਰ ਨਹੀਂ ਹੈ ਕਿ ਚੁੱਪ ਹੀ ਕਰ ਜਾਈਏ। ਕਹਿੰਦਾ ਬਹਰਾਲ ਨਾਲ ਉਹ ਚੁੱਪ ਕਰ ਗਏ। ਕਹਿੰਦਾ ਇਹਨੇ ਜਿਹੜਾ ਨਾ ਇੱਥੇ ਤਕਰੀਬਨ ਜਿਸ ਮੁਲਕ ਕਹਿੰਦਾ ਮੈਂ ਰਹਿਣਾ, ਕਹਿੰਦਾ 3 ਕੁ ਸਾਲ ਜਿਹੜਾ ਨਾ ਉਹਨੇ ਇੱਥੇ ਕਾਰੋਬਾਰ ਚਲਾਇਆ। ਉਸ ਤੋਂ ਬਾਅਦ ਉਹਨੂੰ ਠੱਪ ਕਰਕੇ, ਜ਼ਾਹਰੀ ਗੱਲ ਹੈ ਕਹਿੰਦਾ ਹਰਾਮ ਦਾ ਪੈਸਾ ਸੀ, ਚੋਰੀ ਦਾ ਪੈਸਾ ਸੀ, ਉਹ ਫਿਰ ਬੰਦਾ ਜਿਹੜਾ ਮਿਹਨਤ ਕਰਕੇ ਤੇ ਕਮਾਇਆ ਕੋਈ ਨਹੀਂ ਸੀ, ਉਹ ਚੱਲਣਾ ਕਿੱਥੋਂ ਸੀ। ਕਹਿੰਦਾ ਜਿਨ੍ਹਾਂ ਕੋਲੋਂ ਮਾਲ ਚੁੱਕਿਆ ਸੀ ਕਹਿੰਦਾ ਉਹਨਾਂ ਤੇ ਕਰਜ਼ਾ ਚੜਿਆ। ਕਹਿੰਦਾ ਸਾਰਾ ਪੈਸਾ ਲੈ ਕੇ ਡਾ ਡੂ, ਕਹਿੰਦਾ ਗੋਦਾਮ ਬੰਦ ਹੋ ਗਿਆ, ਸਾਰਾ ਮਾਲ ਸਮਝੋ ਕਿ ਫ੍ਰੀ ਵੇਚਿਆ ਇਸ ਬੰਦਿਆਂ ਅੱਗੇ। ਕਹਿੰਦਾ ਮਾਲ ਵੇਚ ਕੇ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਇਹ ਪਤਾ ਲੱਗਾ ਕਿ ਇਹ ਤਾਂ ਚੰਗਾ ਭਲਾ ਕਰਜ਼ਾ ਹੋ ਗਿਆ ਸੀ ਬੰਦਿਆਂ ਤੇ, ਇਹਦੇ ਲੈਣਾ ਸੀ ਇਹਦੇ ਕੋਲੋਂ ਬੰਦਿਆਂ, ਤੇ ਇਸ ਵਾਸਤੇ ਉਹ ਉੱਥੋਂ ਨੱਸ ਗਿਆ। ਕਹਿੰਦਾ ਨੱਸ ਕੇ ਫਿਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਕਿ ਕਿਹੜੀ ਕੰਟਰੀ 'ਚ ਗਿਆ, ਕਿੱਧਰ ਗਿਆ। ਲੇਕਿਨ ਕਹਿੰਦਾ ਇੰਗਲੈਂਡ ਵੀ ਜਿਹੜਾ ਨਾ ਉਹ ਰਜਿਸਟਰ ਹੋ ਗਿਆ ਸੀ ਕਿ ਜਿਹੜਾ ਇਹਦੇ ਨਾਲ ਮਸਲਾ ਬਣਿਆ ਸੀ। ਬਹਰਹਾਲ ਕਹਿੰਦਾ ਇਸ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਇਹ ਬੰਦੇ ਨੇ ਇਸ ਤਰ੍ਹਾਂ ਪੈਸਾ ਕਮਾਇਆ। ਕਹਿੰਦਾ ਲੇਕਿਨ ਪੈਸੇ ਉਹਦੇ ਕੀ ਫਾਇਦਾ ਰਿਹਾ, ਤੇ ਟੈਨਸ਼ਨਾਂ ਵਿੱਚ ਆ। ਕਹਿੰਦਾ 1.5 ਲੱਖ ਯੂਰੋ ਤੇ ਮੈਂ ਆਪੂ ਤੱਕਿਆ ਸੀ। ਕਹਿੰਦਾ ਸਾਰਾ ਰੋੜ ਕੇ ਤੇ ਗਿਆ ਨਿਕਲ ਗਿਆ। ਕਹਿੰਦਾ ਅੱਗੂ ਹੁਣ ਪਤਾ ਨਹੀਂ ਕੀ ਕਰੇਗਾ, ਜਾ ਕੇ ਠੱਗੀਆਂ ਕਰੇਗਾ। ਲੇਕਿਨ ਕਹਿੰਦਾ ਮੈਂ ਤਾਂ ਚੰਗਾ ਕੀਤਾ ਬਚ ਗਿਆ। ਕਹਿੰਦਾ ਮੈਂ ਉੱਥੋਂ ਨਿਕਲ ਆਇਆ, ਮੇਰੇ ਚਲੋ ਪੇਪਰ ਨਹੀਂ ਸੂ ਖਰਾਬ ਕੀਤੇ, ਧਮਕੀ ਹਾਲੀ ਦਿੱਤੀਆਂ ਸੂ, ਲੇਕਿਨ ਇਹ ਹੈ ਕਿ ਮੈਂ ਸ਼ੁਕਰ ਕੀਤਾ ਮੇਰੀ ਜਾਨ ਛੁੱਟ ਗਈ ਹੈ। ਇਸ ਤਰ੍ਹਾਂ ਵੀ ਹੁੰਦਾ ਬੰਦੇ ਨੂੰ ਪਤਾ ਹੀ ਲੱਗਦਾ ਕਿ ਬੜਾ ਉਹਨੇ ਪੈਸਾ ਕਮਾਇਆ, ਕਿਸ ਤਰ੍ਹਾਂ ਕਮਾਇਆ, ਲੇਕਿਨ ਉਹਨੇ ਚੋਰੀਆਂ ਕੀਤੀਆਂ ਸੀ, ਚੋਰੀਆਂ ਦਾ ਪੈਸਾ ਸੀ, ਉੱਥੇ ਹੀ ਰੋੜ ਕੇ ਤੇ ਗਿਆ ਨਿਕਲ ਗਿਆ। ਬਾਕੀ ਅਗਰ ਇਹ ਕਿ ਕੋਸ਼ਿਸ਼ ਕਰਿਆ ਕਰੋ, ਜੇ ਮੇਰੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।